ਅੰਡਰਗਰਾਉਂਡ ਇਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਹਨ। ਇਟਸ ਟਾਈਮ ਟੂ ਗੋ ਹੋਮ। ਆ ਤੇ ਐਂ ਲੱਗਦਾ ਜਿਵੇਂ ਕਿਲਾ ਸੀਗਾ। ਆਹ ਵੇਖੋ ਕਿੰਨਾ ਸੋਹਣਾ ਕਲਿਫ ਇਧਰੋਂ ਵੀ ਦਿਖਦਾ। ਗੁਰੂ ਨਾਨਕ ਸੇਕਰਡ ਫੋਰੈਸਟ, ਗੁਰੂ ਨਾਨਕ ਪਵਿੱਤਰ ਜੰਗਲ। ਜਿਹੜੀ ਕੁਰਸੀ ਤੁਸੀਂ ਦੇਖ ਰਹੇ ਆ ਖੰਡੇ ਵਾਲੀ, ਇਹ ਕੱਲ ਹੀ ਇੱਥੇ ਸਥਾਪਿਤ ਕੀਤੀ ਗਈ ਆ। ਸੋ ਇਹ ਸਕੂਲ ਆ ਜੀ, ਆਪਾਂ ਇੱਧਰ ਆ ਗਏ। ਵੀਰ ਦੱਸ ਰਹੇ ਸੀ ਕਿ ਪੰਜਾਬ ਤੇ ਹਰਿਆਣੇ ਨੂੰ ਕੰਬਾਈਨ ਕਰਕੇ ਜਿੰਨਾ ਕੁ ਥਾਂ ਬਣਦਾ ਹੈ ਨਾ, ਓਡਾ ਕੁ ਵੱਡਾ ਇਹ ਟਾਪੂ ਹੈ, ਆਪਣੇ ਆਪ ਵਿੱਚ ਦੇਸ਼ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਸਦਕਾ ਇੰਗਲੈਂਡ ਦੀ ਯਾਤਰਾ ਹੋ ਗਈ। ਹੁਣ ਮਹਾਰਾਜ ਅੱਜ ਸਾਨੂੰ ਸਵੇਰੇ ਸਵੇਰੇ ਲੈ ਆਏ ਹਨ ਜੀ। ਇਹ ਆਇਰਲੈਂਡ ਹੈ। ਇਹ ਇੰਗਲੈਂਡ ਤੋਂ ਅੱਗੇ 1 ਘੰਟੇ ਦੀ ਫਲਾਈਟ ਸੀ, ਸਮੁੰਦਰ ਆ ਜਾਂਦਾ ਹੈ ਅੱਗੇ, ਫਿਰ ਇਹ ਵੱਡਾ ਟਾਪੂ ਹੈ। ਕੁਛ ਦੇਸ਼ ਦੇ ਉੱਤੇ ਅਜੇ ਵੀ ਇੰਗਲੈਂਡ ਦਾ ਕਬਜ਼ਾ ਹੈ। ਔਰ ਇਹ ਵੀ ਦੱਸ ਰਹੇ ਸੀ ਕਿ ਜਦੋਂ ਇੰਗਲੈਂਡ ਨੇ ਇੱਥੇ ਲੰਮਾ ਸਮਾਂ ਰਾਜ ਕੀਤਾ, ਇੱਥੇ ਪਾਬੰਦੀ ਲਾ ਦਿੱਤੀ ਸੀ ਇਹਨਾਂ ਦੀ ਭਾਸ਼ਾ ਜਿਹੜੀ ਆਇਰਿਸ਼ ਆ ਉਹਨੂੰ ਬੋਲਣ 'ਤੇ। ਇਸ ਕਰਕੇ ਮੋਸਟਲੀ ਲੋਕ ਇੱਥੇ ਇੰਗਲਿਸ਼ ਹੀ ਬੋਲਦੇ ਹਨ। ਪਰ ਹੌਲੀ ਹੌਲੀ ਇਹਨਾਂ ਨੂੰ ਫਿਰ ਜਾਗਰਤੀ ਆ ਰਹੀ ਕਿ ਆਪਣੀ ਮਾਂ ਬੋਲੀ ਦੇ ਨਾਲ ਜੁੜਨਾ ਹੈ। ਚਲੋ, ਜਿਸ ਥਾਂ 'ਤੇ ਅਸੀਂ ਆਏ ਹਾਂ ਇਹ ਵੀ ਤੁਹਾਨੂੰ ਦੱਸਦੇ ਹਾਂ, ਬੜੀ ਵਧੀਆ ਪਿਆਰੀ ਥਾਂ ਵਾ। ਪਰ ਹੁਣ ਜਿਹੜਾ ਵੀਰਾਂ ਦੇ ਨਾਲ ਆਪਾਂ ਆਏ ਹਾਂ, ਆਓ ਤੁਹਾਨੂੰ ਉਹਨਾਂ ਦੇ ਮਿਲਾਉਂਦੇ ਹਾਂ। ਆਜੋ ਵੀਰੋ। ਸੋ ਇਹ ਹਨ ਜੀ ਵੀਰ ਸਰਬਜੀਤ ਸਿੰਘ, ਇਹ ਕਰਨਾਲ ਹਰਿਆਣੇ ਤੋਂ ਹਨ। ਅਤੇ ਇਹ ਹਨ ਵੀਰ ਸਤਵਿੰਦਰ ਸਿੰਘ ਜਿਹੜੇ ਕਪੂਰਥਲਾ ਜ਼ਿਲ੍ਹੇ ਤੋਂ ਹਨ। ਇਹ ਵੀਰ ਤਕਰੀਬਨ ਸਵੇਰੇ 200-300 ਕਿਲੋਮੀਟਰ ਕਹਿ ਲਓ ਗੱਡੀ ਚਲਾ ਕੇ ਸਾਨੂੰ ਸ਼ੈਨਨ ਏਅਰਪੋਰਟ 'ਤੇ ਚੁੱਕਣ ਆਏ। ਉੱਥੋਂ ਅਸੀਂ 1 ਘੰਟਾ ਦੂਰ ਆ ਦ੍ਰਿਸ਼ ਦੇਖਣ ਆਏ ਹਾਂ ਜਿਹੜਾ ਤੁਹਾਨੂੰ ਦਿਖਾਉਣਾ। ਅਤੇ ਕੈਮਰਾ ਹੈ ਇਸ ਵੇਲੇ ਨਵਜੋਤ ਸਿੰਘ ਜੀ ਕੋਲ, ਜਿਨ੍ਹਾਂ ਦੇ ਹੁਣੇ ਤੁਹਾਨੂੰ ਦਰਸ਼ਨ ਕਰਾਉਂਦੇ ਆ। ਸੋ ਇਹ ਹਨ ਜੀ ਨਵਜੋਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਆਪਾਂ ਆ ਗਏ ਜੀ। ਪਹਾੜ ਦਿਖਦੇ ਆ, ਪਹਾੜਾਂ ਦੇ ਪਿੱਛੇ ਸਮੁੰਦਰ ਆ ਜਿਹੜਾ ਹੁਣੇ ਤੁਹਾਨੂੰ ਸੋਹਣਾ ਦਿਖਾਉਣ ਜਾਣਾ। ਕਾਫੀ ਲੋਕ ਆਏ ਆ, ਜਿਵੇਂ ਇਗਲੂ ਨੇ ਬਣੇ ਹੁੰਦੇ ਸੀਗੇ, ਆਪਾਂ ਪੜ੍ਹਦੇ ਨਹੀਂ। ਅੰਡਰਗਰਾਉਂਡ ਇਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਹਨ, ਅਜੇ ਖੁੱਲ੍ਹ ਰਹੀਆਂ ਹਨ। 6-7 ਦੁਕਾਨਾਂ 'ਚੋਂ ਅੱਧੀਆਂ ਕੁ ਖੁੱਲ੍ਹੀਆਂ, ਅੱਧੀਆਂ ਨਹੀਂ ਖੁੱਲ੍ਹੀਆਂ। ਬਾਅਦ 'ਚ ਆਵਾਂਗੇ ਇੱਥੇ, ਕੋਸ਼ਿਸ਼ ਕਰਾਂਗੇ। ਸੋ ਇੱਥੇ ਅੰਗਰੇਜ਼ੀ ਅਤੇ ਨਾਲ ਹੀ ਆਇਰਿਸ਼ ਲੈਂਗੁਏਜ ਲਿਖੀ ਹੋਈ ਹੈ, ਵੈਲਕਮ ਕਲਿਫਸ ਆਫ ਮੋਰ ਐਕਸਪੀਰੀਅੰਸ। ਅਤੇ ਥੱਲੇ ਜਿਹੜਾ ਵਾ ਆਇਰਿਸ਼ ਹੈ। ਸੋ ਆਹ ਸਕਰੀਨ ਲੱਗੀ ਆ, ਪਹਾੜ ਜੇ ਵੇਖਣ ਆਏ ਆਪਾਂ। ਹੁਣ ਉੱਤੇ ਚੜ੍ਹ ਕੇ ਵੇਖਣ ਜਾਂਦੇ ਆ। ਭਾਜੀ ਇੱਕ ਮੈਪ ਲੈਣ ਲੱਗੇ ਆ, ਅਤੇ ਫਿਰ ਆਪਾਂ ਚੱਲੀਏ ਅੱਗੇ। ਐਗਜ਼ੀਬਿਸ਼ਨ ਆ, ਇਹ ਵੀ ਦੇਖ ਲਈਏ। ਆ ਪਾਣੀ ਦੇ ਉੱਤੇ ਚੱਲ ਕੇ ਜਾਣ ਰਹੇ ਆਪਾਂ। ਨਕਲੀ ਪਾਣੀ ਬਣਾਇਆ ਹੋਇਆ ਸੋਹਣਾ ਹੈ। ਇਹ ਧਰਤੀ ਦੇ ਥੱਲੇ ਆ, ਜਿਹੜਾ ਪੱਥਰ ਕੱਟ ਕੇ ਬਣਾਈ ਹੋਈ, ਅਤੇ ਪੱਥਰ ਦੇ ਵਿੱਚ ਹੀ ਆ ਉਹ ਉੱਪਰ ਸ਼ੀਸ਼ੇ ਲਾਏ ਹੋਏ ਲਾਈਟ ਆਉਣ ਵਾਸਤੇ। ਆ ਸਾਰਾ ਪੱਥਰ ਬੜੇ ਪਿਆਰ ਨਾਲ ਵਧੀਆ ਕੱਟਿਆ ਹੈ। ਔਰ ਪੂਰੀ ਬਿਲਡਿੰਗ ਬਣਾਈ ਹੈ, ਲਾਈਟਾਂ ਲਾਈਆਂ ਹੋਈਆਂ। ਅਤੇ ਇਹਦੇ ਵਿੱਚ ਥੋੜ੍ਹੀ ਐਂਟਰਟੇਨਮੈਂਟ, ਥੋੜ੍ਹੀ ਇਨਫੋਰਮੇਸ਼ਨ ਵਾਸਤੇ ਬਣਾਇਆ ਹੈ। ਆ ਮਾਤਾ ਜੀ ਬੈਠੇ ਬੜਾ ਪਿਆਰਾ ਸਾਜ਼ ਵਜਾ ਰਹੇ ਆ। ਹਾਰਮੋਨੀਅਮ ਵਾਂਗੂ ਹਵਾ ਭਰਦੀ ਹੈ ਅਤੇ ਬਟਨ ਨੱਪੀ ਜਾਂਦੇ ਸਾਈਡਾਂ 'ਤੇ ਉਂਗਲਾਂ ਦੇ ਨਾਲ। ਇਹ ਜਿਹੜੀ ਕਲਿਫ ਆ ਬਹੁਤ ਜ਼ਿਆਦੀਆਂ ਉੱਚੀਆਂ, ਦੂਰ ਤੱਕ ਵੇਖੀਏ। ਅਜੇ ਥੋੜ੍ਹਾ ਪਰਛਾਵਾਂ ਸਵੇਰ ਕਰਕੇ ਇੱਧਰ ਛਾਂ ਦਾ ਹੈ, ਦਿਖਾਈ ਨਹੀਂ ਦਿੰਦਾ ਕਲੀਅਰ। ਆਹ ਪਹਾੜੀ ਦੇ ਉੱਪਰ ਜਾ ਕੇ ਬਿਲਡਿੰਗ ਆ ਗਈ ਹੈ। ਆਹ ਤਾਂ ਐਂ ਲੱਗਦਾ ਜਿਵੇਂ ਕਿਲਾ ਸੀਗਾ ਬਣਾਇਆ, ਅਤੇ ਸ਼ਾਇਦ ਬਾਅਦ ਵਿੱਚ ਹੀ ਹੋਵੇ। ਅੰਦਰ ਜਾ ਕੇ ਦੇਖਦੇ ਹਾਂ ਵੀ ਕੁਛ ਅੰਦਰ ਜਾਇਆ ਜਾਂਦਾ ਜਾਂ ਉੱਪਰ ਚੜ੍ਹਿਆ ਜਾਂਦਾ। ਲਿਖਿਆ ਹੋਇਆ ਜੀ 1835 'ਚ ਬਣਿਆ ਸੀ, 200 ਸਾਲ ਹੋਣ ਹੀ ਵਾਲਾ ਹੈ। ਅਤੇ ਅੰਦਰ ਜਾ ਕੇ ਉਹ ਪੌੜੀਆਂ ਗੋਲ ਗੋਲ, ਇੱਥੋਂ ਸਾਰਾ ਆਲੇ ਦੁਆਲੇ ਦੇਖ ਸਕਦੇ ਹਾਂ। ਇੱਧਰ ਆ ਜੀ ਸਮੁੰਦਰ। ਆਹ ਵੇਖੋ ਕਿੰਨਾ ਸੋਹਣਾ ਕਲਿਫ ਇੱਧਰੋਂ ਵੀ ਦਿਖਦਾ ਹੈ। ਤਾਂ ਬਹੁਤ ਲੰਮੀ ਆ, 8-9-10 ਕਿਲੋਮੀਟਰ ਜਿਹੜੀ ਹੈ ਸੈਰ ਬੰਦਾ ਕਰ ਸਕਦਾ। ਬੜੇ ਸੋਹਣੇ ਰਾਹ ਬਣੇ ਹੋਏ ਆ, ਉਹ ਦੂਰ ਤੱਕ ਰਸਤੇ ਜਾਂਦੇ ਆ। ਹਾਂ, ਇਹ ਸ਼ਾਮ ਨੂੰ ਧੁੱਪ ਹੋਵੇ ਨਾ ਫਿਰ ਸੋਹਣਾ ਸੀਨ ਆਏਗਾ। ਹੁਣ ਤਾਂ ਬਸ ਪਰਛਾਵਾਂ ਹੀ ਦਿਖਦਾ ਹੈ। ਸੋ ਆਹ ਕਲਿਫ ਦਾ ਇੱਕ ਸੋਹਣਾ ਵਿਊ ਆ। ਅਤੇ ਇੱਧਰੋਂ ਤੁਸੀਂ ਦੇਖੋ ਦੂਰ ਅੱਗੇ ਆਈਲੈਂਡ ਹੈਗੇ ਜੀ ਛੋਟੇ ਛੋਟੇ। ਦੱਸ ਰਹੇ ਵੀਰ ਵੀ ਇੱਕ ਤਾਂ 250 ਸ਼ਾਇਦ ਆਬਾਦੀ, ਇੱਕ ਤਾਂ 1000 ਕੁ ਬੰਦਾ ਆਬਾਦੀ। ਅਤੇ ਉੱਥੋਂ ਹੈਲੀਕਾਪਟਰ ਚੱਲਦਾ ਇੱਧਰ ਨੂੰ ਆਉਣ ਵਾਸਤੇ ਜੇ ਕਿਸੇ ਨੇ ਆਉਣਾ ਹੋਵੇ। ਬਾਕੀ ਬੋਟਸ ਤਾਂ ਹੈ ਹੀ ਹੈ। ਸਟੈਂਡਰਡ ਵੇ ਜਿਹੜਾ ਹੈਗਾ ਉੱਧਰ ਵੀ ਦੂਰ ਦਿਖਾਈ ਦੇ ਰਿਹਾ ਬਹੁਤ ਕੁਛ। ਅਤੇ ਬੜੇ ਪੀਸਫੁਲ ਜੀ ਲਾਈਫ ਉੱਧਰ ਲੋਕ ਜੀਂਦੇ ਆ। ਲਓ ਜੀ ਪਿਆਰੇ ਜੀ, ਭਾਈ ਸਾਹਿਬ ਜੀ ਆਰਾਮ ਫਰਮਾ ਰਹੇ ਆ, ਅਤੇ ਫੌਜਾਂ ਪ੍ਰਸ਼ਾਦਾ ਗਰਮ ਕਰ ਰਹੀਆਂ। ਇਸ ਤੋਂ ਬਾਅਦ ਫਿਰ ਲੰਗਰ ਦੇ ਦੁਆਲੇ ਹੋਵਾਂਗੇ ਪ੍ਰਸ਼ਾਦਾ ਛਕ ਕੇ, ਅਤੇ ਫਿਰ ਅੱਗੇ ਵੇਖਦੇ ਹਾਂ ਕਿੱਧਰ ਨੂੰ ਜਾਣਾ। ਆਹ ਸਰਬਜੀਤ ਸਿੰਘ ਹੋਣਾ ਜੀ ਨੇ ਚੁੱਲ੍ਹਾ ਬਾਲਿਆ ਹੋਇਆ ਇੱਧਰ। ਹਵਾ ਪੈਂਦੀ ਹੈ ਤਾਂ ਉਹ ਥੋੜ੍ਹਾ ਜਿਹਾ ਉਹਲੇ ਰੱਖਿਆ ਹੈ। ਆਹ ਹੁਣ ਪ੍ਰਸ਼ਾਦੇ ਛਕਣ ਲੱਗੇ ਹਾਂ ਜੀ ਸਾਰੇ। ਆਹ ਵੇਖੋ ਜੰਗਲ 'ਚ ਮੰਗਲ ਲੱਗਦੇ ਸੁਣੀਦੇ ਹੀ। ਆਹ ਭੈਣਾਂ ਨੇ ਘਰੋਂ ਬਣਾ ਕੇ ਭੇਜਿਆ ਪਨੀਰ ਅਤੇ ਸਾਗ, ਅਤੇ ਹੁਣ ਅਸੀਂ ਛਕਣ ਲੱਗੇ ਇੱਥੇ ਪ੍ਰਸ਼ਾਦਾ। ਜਦੋਂ ਅਸੀਂ ਛਕਿਆ ਸੀ ਉੱਥੇ ਫਿਰ 2 ਘੰਟੇ ਉਸ ਤੋਂ ਬਾਅਦ 'ਚ ਸਫ਼ਰ ਕੀਤਾ ਹੈ। ਆਹ ਇੱਕ ਥਾਂ ਹੈ ਜਿਸ ਦੇ ਬਦਲੇ ਅਸੀਂ ਬਹੁਤ ਦੂਰ ਸਫ਼ਰ ਕਰਕੇ ਆਏ ਸੰਗਤ ਜੀ। ਇਹਦਾ ਸਿੱਖ ਇਤਿਹਾਸ ਦੇ ਨਾਲ ਜੋੜ ਹੈ। ਆਓ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ।
ਇੱਥੋਂ ਵੈਸੇ ਡਬਲਿਨ ਸ਼ਹਿਰ ਤਕਰੀਬਨ 3 ਘੰਟੇ ਦੀ ਦੂਰੀ ਹੈ, ਉਹ ਜਿਹੜੀ ਇਸ ਆਇਰਲੈਂਡ ਦੀ ਰਾਜਧਾਨੀ ਹੈ। ਤੇ ਇੱਥੇ ਸਿੱਖ ਇਤਿਹਾਸ ਵਿੱਚ ਇੱਕ ਬੜਾ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਜੀ, ਮੈਕਸ ਆਰਥਰ ਮਕੈਲਿਫ। ਇਹ ਜਿਨੇ ਸਿੱਖ ਇਤਿਹਾਸ ਜਿਹੜਾ ਸੀ ਪਹਿਲੀ ਵਾਰ ਇੰਗਲਿਸ਼ ਦੇ ਵਿੱਚ ਲਿਖਿਆ ਸੀ, ਗੋਰਿਆਂ ਨੇ ਪੜ੍ਹਿਆ, ਕਿਉਂਕਿ ਇੰਗਲਿਸ਼ ਉਸ ਵੇਲੇ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਚੱਲਦੀ ਸੀ ਤੇ ਉੱਥੋਂ ਸਿੱਖ ਇਤਿਹਾਸ ਦੀ ਜਾਣਕਾਰੀ ਦੂਜੇ ਦੇਸ਼ਾਂ ਤੱਕ ਪਹੁੰਚੀ। ਇਸ ਪਿੰਡ ਦਾ ਉਹਦੇ ਨਾਲ ਕੀ ਲੈਣਾ ਦੇਣਾ ਹੈ ਉਹ ਗੱਲ ਕਰਦੇ ਹਾਂ। ਰੋਡ ਚੱਲ ਰਿਹਾ ਹੈ, ਇੱਧਰ ਵੀ ਇੱਕ ਸੋਹਣਾ ਚਰਚ ਹੈ, ਆ ਗੇਟ ਦੇ ਅੰਦਰ ਅਸੀਂ ਜਾਣਾ ਹੈ ਔਰ ਇੱਥੇ ਹੀ ਇੱਕ ਬਾਗ ਲੱਗਾ ਹੋਇਆ ਹੈ ਜਿਸ ਨੂੰ ਗੁਰੂ ਨਾਨਕ ਬਾਗ ਕਹਿੰਦੇ ਹਨ। ਆਓ ਤੁਹਾਨੂੰ ਸਾਰਾ ਇੱਕ ਇੱਕ ਕਰਕੇ ਦਿਖਾਉਂਦੇ ਹਾਂ, ਆਓ ਚੱਲੀਏ ਜੀ। ਇੱਥੇ ਨਾ ਇੱਕ ਕਮਿਊਨਿਟੀ ਹਾਲ ਬਣਿਆ ਹੋਇਆ ਹੈ, ਇਹਦੇ ਲਾਗੇ ਪਾਰਕਿੰਗ ਜਿੱਥੇ ਅਸੀਂ ਗੱਡੀ ਲਾਈ ਹੈ। ਆਹ ਦੇਖੋ ਜੀ, ਮੈਕਸ ਆਰਥਰ ਮਕੈਲਿਫ ਜਿਹੜਾ 1838 ਵਿੱਚ ਪੈਦਾ ਹੋਇਆ ਤੇ 1913 ਵਿੱਚ ਉਹਨੇ ਸਰੀਰ ਛੱਡਿਆ। ਉਹਦਾ ਅਸਲੀ ਨਾਮ ਮਾਈਕਲ ਸੀਗਾ ਔਰ ਇਹ ਫੋਟੋ ਜਿਹੜੀ ਪ੍ਰਚਲਿਤ ਹੈ ਉਹਨਾਂ ਦੀ ਕਿ ਦਸਤਾਰ ਉਹਨਾਂ ਨੇ ਬੰਨੀ ਹੋਈ ਸੀਗੀ। 1-2 ਮਿੰਟ ਵਿੱਚ ਉਹਨਾਂ ਦੀ ਥੋੜੀ ਜਾਣਕਾਰੀ ਸਾਂਝੀ ਕਰਕੇ ਫਿਰ ਉਸ ਤੋਂ ਬਾਅਦ 'ਚ ਤੁਹਾਨੂੰ ਅੱਗੇ ਦਿਖਾਉਂਦੇ ਹਾਂ। 1913 ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ। ਸੋ 2013 ਦੇ ਵਿੱਚ 100 ਸਾਲ ਹੋ ਗਿਆ, ਪਰ ਇਹ 2019 ਦੇ ਵਿੱਚ ਲੱਗਾ ਗਿਆ ਜੀ। ਸੋ ਉਹਨਾਂ ਦੀ ਯਾਦ ਵਿੱਚ ਨਾ ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ ਇਹ ਬੋਰਡ ਲਾਇਆ ਗਿਆ ਸੀ। ਕੁਛ ਇੱਥੋਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਆ। ਇਹ ਪਿੱਛੇ ਸਕੂਲ ਹੈ ਜੀ ਜਿੱਥੇ ਉਹ ਕਦੇ ਪੜ੍ਹਦੇ ਸਨ ਔਰ ਇਸੇ ਸਕੂਲ ਦੀ ਛੱਤ ਵਿੱਚ ਕਹਿੰਦੇ ਹਨ ਕਿ ਉਹਨਾਂ ਦੀ ਰਿਹਾਇਸ਼ ਸੀ ਔਰ 11 ਭੈਣ ਭਰਾ ਸੀਗੇ ਉਹ। ਤੇ ਉਹਨਾਂ ਬਾਰੇ ਕੁਝ ਹੋਰ ਜਾਣਕਾਰੀ ਕਿ ਉਹਨਾਂ ਦਾ ਜਨਮ 11 ਸਤੰਬਰ 1838 ਵਿੱਚ ਹੋਇਆ ਸੀ, ਇਸੇ ਇਲਾਕੇ 'ਚ ਹੋਇਆ ਸੀ। ਪਰ ਉਹਨਾਂ ਦੇ ਪਿਤਾ ਜੀ ਇੱਥੇ ਪ੍ਰਿੰਸੀਪਲ ਸਨ। ਇਸ ਸਕੂਲ ਦਾ ਨਾਂ ਟੈਂਪਲ ਗਲੈਂਟਾਈਨ ਨੈਸ਼ਨਲ ਸਕੂਲ ਉਦੋਂ ਵੀ ਸੀ, ਹੁਣ ਵੀ ਹੈ। ਅੱਜ ਜਦੋਂ ਅਸੀਂ ਆਏ ਹਾਂ 2:30 ਵਜੇ ਹਨ ਤੇ ਸਕੂਲ ਅਜੇ ਲੱਗਾ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਕਿ 3 ਵਜੇ ਸਕੂਲ ਬੰਦ ਹੋ ਜਾਣਾ, ਉਸ ਤੋਂ ਬਾਅਦ 'ਚ ਅੰਦਰ ਜੇ ਜਾ ਸਕੇ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਅੰਦਰ। ਸੋ ਇੱਥੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਭੈਣ ਭਰਾਵਾਂ ਨਾਲ ਇੱਥੇ ਰਹਿੰਦੇ ਸਨ, ਇੱਥੇ ਪੜ੍ਹ ਕੇ ਔਰ ਇੱਥੋਂ ਮੁੜ ਕੇ ਉਹਨਾਂ ਨੇ ਨਾ ਸਿਵਲ ਸਰਵਿਸਿਜ਼ ਦਾ ਐਗਜ਼ਾਮ ਪਾਸ ਕਰਕੇ ਉਹ ਇੰਡੀਆ ਗਏ ਸੀ। ਕੁਝ ਸਮਾਂ ਬੰਗਾਲ 'ਚ ਵੀ ਦੱਸਿਆ ਜਾਂਦਾ ਹੈ ਉਹਨਾਂ ਨੌਕਰੀ ਕੀਤੀ, ਪਰ ਮੇਨਲੀ ਫਿਰ ਉਹਨਾਂ ਦਾ ਸਾਰਾ ਜਿਹੜਾ ਪੀਰੀਅਡ ਸੀਗਾ ਨੌਕਰੀ ਦਾ ਉਹ ਸੀਗਾ ਪੰਜਾਬ ਦੇ ਵਿੱਚ। ਉੱਥੇ ਜਦੋਂ ਇੱਕ ਵਾਰ ਦੀਵਾਲੀ ਮਨਾਉਣ ਗਏ ਸ੍ਰੀ ਦਰਬਾਰ ਸਾਹਿਬ ਤੇ ਸਿੱਖਾਂ ਨੂੰ ਮਿਲ ਕੇ ਬੜੇ ਖੁਸ਼ ਹੋਏ ਤੇ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਨਾ ਰੁਚੀ ਪੈਦਾ ਹੋ ਗਈ। ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਭਾਸ਼ਾਵਾਂ ਸਿੱਖਣੀਆਂ, ਇਤਿਹਾਸ ਪੜ੍ਹਨਾ ਤੇ ਉਸ ਨੂੰ ਇੰਗਲਿਸ਼ ਵਿੱਚ ਲਿਖਣਾ। ਇਹਦੇ ਲਈ ਉਹਨਾਂ ਨੇ ਜਿਹੜੇ ਸਿੱਖ ਸਕਾਲਰ ਸਨ ਉਹਨਾਂ ਦੀ ਮਦਦ ਵੀ ਲਈ ਔਰ ਉਹਨਾਂ ਵਿੱਚੋਂ ਸਰਦਾਰ ਕਾਹਨ ਸਿੰਘ ਨਾਭਾ ਦਾ ਜਿਹੜਾ ਨਾਮ ਬਹੁਤ ਸਤਿਕਾਰਯੋਗ ਹੈ। ਆਪ ਜੀ ਨੂੰ ਇਹ ਵੀ ਦੱਸ ਦਈਏ ਕਿ ਇਹ ਡੀਸੀ ਤੇ ਉਸ ਤੋਂ ਬਾਅਦ 'ਚ ਡਿਵੀਜ਼ਨਲ ਜੱਜ ਦੇ ਅਹੁਦੇ ਤੱਕ ਵੀ ਪਹੁੰਚੇ। ਫਿਰ ਇਹਨਾਂ ਨੇ ਛੇਤੀ ਰਿਟਾਇਰਮੈਂਟ ਲੈ ਲਈ ਸੀ ਕਿ ਅਸੀਂ ਸਿੱਖ ਇਤਿਹਾਸ ਦੇ ਉੱਤੇ ਕੰਮ ਕਰਨਾ ਹੈ। ਇੱਥੇ ਲਿਖਿਆ ਹੋਇਆ ਹੈ, ਵੈਸੇ ਉਹਨਾਂ ਦੀਆਂ 6 ਪੁਸਤਕਾਂ ਦਾ ਇੱਕ ਸੈੱਟ ਸੀ ਜਿਹੜਾ ਉਹਨਾਂ ਨੇ ਲਿਖਿਆ ਸਿੱਖ ਇਤਿਹਾਸ ਦੇ ਉੱਤੇ। ਜਪਜੀ ਸਾਹਿਬ ਜੀ ਦਾ ਉਹਨਾਂ ਨੇ ਅਨੁਵਾਦ ਕੀਤਾ ਔਰ ਸੰਗਤ ਜੀ ਉਹਨਾਂ ਦਾ ਪ੍ਰੇਮ ਇੰਨਾ ਵੱਧ ਗਿਆ ਸਿੱਖੀ ਦੇ ਨਾਲ ਕਿ ਕੁਛ ਰੈਫਰੈਂਸ ਐਸਾ ਵੀ ਲਿਖਦੇ ਹਨ ਕਿ ਉਹਨਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ ਸੀ। 1893 ਤੱਕ ਉਹਨਾਂ ਨੇ ਨੌਕਰੀ ਕੀਤੀ ਸੀਗੀ ਪੰਜਾਬ ਵਿੱਚ। ਬਾਅਦ 'ਚ ਸਿੱਖ ਇਤਿਹਾਸ 'ਤੇ ਰਿਸਰਚ ਕੀਤੀ ਤੇ ਬਜ਼ੁਰਗੀ ਵੇਲੇ ਉਹ ਇੱਥੇ ਆ ਗਏ ਸੀ ਵਾਪਸ ਲੰਡਨ। ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸਿੱਖੀ ਧਰਮ ਨੂੰ ਧਾਰਨ ਕਰ ਲਿਆ ਸੀ। ਤੁਹਾਨੂੰ ਅਸੀਂ ਘਰ ਵੀ ਦਿਖਾਇਆ ਸੀਗਾ ਜਿਹੜਾ ਉਹਨਾਂ ਦਾ ਘਰ ਸੀ ਜਿੱਥੇ ਉਹਨਾਂ ਸਰੀਰ ਛੱਡਿਆ ਸੀਗਾ 1913 ਦੇ ਵਿੱਚ। ਔਰ ਇਹ ਇਤਿਹਾਸ 'ਚ ਦੱਸਿਆ ਜਾਂਦਾ ਹੈ ਕਿ ਕਾਹਨ ਸਿੰਘ ਨਾਭਾ ਵੀ ਉੱਥੇ ਆਏ ਸਨ ਔਰ ਉਹ ਜਿਹੜਾ ਮੈਕਸ ਆਰਥਰ ਮਕੈਲਿਫ ਨੇ ਆਪਣਾ ਘਰ ਜਿਹੜਾ ਸੀ ਗਿਫਟ ਕਰ ਦਿੱਤਾ ਸੀ ਕਾਹਨ ਸਿੰਘ ਨਾਭਾ ਜੀ ਨੂੰ, ਪਰ ਕਾਹਨ ਸਿੰਘ ਨਾਭਾ ਜੀ ਨੇ ਉਹ ਘਰ ਨਹੀਂ ਸੀ ਲਿਆ। ਔਰ ਇਹ ਗੱਲ ਲਿਖੀ ਹੋਈ ਡਾਕੂਮੈਂਟਡ ਮਿਲਦੀ ਹੈ। ਸਰਦਾਰ ਗੰਡਾ ਸਿੰਘ ਜੀ ਹੁਣਾਂ ਨੇ ਚਿੱਠੀਆਂ 'ਚ ਪੜ੍ਹੀ ਸੀ ਕਿ ਆਪਣੀ ਮੌਤ ਤੋਂ ਪਹਿਲਾਂ ਮੈਕਸ ਆਰਥਰ ਮਕੈਲਿਫ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਸੀ 10 ਮਿੰਟ ਪਹਿਲਾਂ। ਸੋ ਸੰਗਤ ਜੀ, ਆਪਣੀ ਮੌਤ ਦਾ ਸਮਾਂ ਆ ਜਾਣਾ, ਉਸ ਤੋਂ ਪਹਿਲਾਂ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਣਾ, ਇਹ ਦਿਖਾਉਂਦਾ ਹੈ ਕਿ ਉਹਨਾਂ ਦਾ ਸਿੱਖੀ ਤੇ ਗੁਰਬਾਣੀ ਦੇ ਉੱਤੇ ਕਿੰਨਾ ਪ੍ਰੇਮ ਸੀ, ਕਿੰਨਾ ਨਿਸ਼ਚਾ ਸੀ। ਸੋ ਸੰਗਤ ਜੀ, ਆਪਾਂ ਆ ਗਏ ਹਾਂ। ਆਹ ਹੁਣ ਜਿਹੜੇ ਬੂਟੇ ਤੁਸੀਂ ਦੇਖ ਰਹੇ ਨਾ, ਇਹ ਅਸਲ 'ਚ ਉਸੇ ਹੀ ਜੰਗਲ ਦਾ ਹਿੱਸਾ ਹਨ ਜਿਹੜਾ ਸਿੰਘਾਂ ਵੱਲੋਂ ਇਸ ਮੈਕਸ ਆਰਥਰ ਮਕੈਲਿਫ ਦੀ ਯਾਦ ਵਿੱਚ ਲਾਇਆ ਗਿਆ ਹੈ। ਸੋ ਬੋਰਡ ਪੜ੍ਹੋ ਤੁਸੀਂ, ਉੱਤੇ ਲਿਖਿਆ ਗੁਰੂ ਨਾਨਕ ਸੇਕਰਡ ਫੋਰੈਸਟ, ਗੁਰੂ ਨਾਨਕ ਪਵਿੱਤਰ ਜੰਗਲ। 1100 ਬੂਟਾ ਲਿਖਿਆ ਹੋਇਆ ਹੈ ਬੋਰਡ ਦੇ ਉੱਤੇ ਜਿਹੜਾ ਇੱਥੇ ਲਾਇਆ ਗਿਆ ਹੈ। ਔਰ ਇਹ ਸਾਰੇ ਫੋਟੋਆਂ ਤੁਸੀਂ ਲਾਗੋ ਵੇਖੋ ਜਿਹੜੀਆਂ ਆਪਣੀ ਕਮਿਊਨਿਟੀ ਦੇ ਹੀ ਭੈਣ ਭਰਾ ਇੱਥੇ ਆਏ ਸਨ, ਸੇਵਾ ਕਰ ਰਹੇ ਹਨ। ਤੇ ਇਹ ਹੋਰ ਜਾਣਕਾਰੀ ਹੈ
ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ ਸਕਰੀਨ ਨੂੰ। ਪਰ ਅਸੀਂ ਇਹ ਜਿਹੜੇ ਇਹਨਾਂ ਨੂੰ ਨੇਟਿਵ ਪਲਾਂਟ ਕਹਿੰਦੇ, ਇਸ ਇਲਾਕੇ ਦੇ ਕੁਦਰਤੀ ਬੂਟੇ ਹਨ ਜਿਹੜੇ ਇੱਥੇ ਲਾਏ ਗਏ ਹਨ। ਵਧੀਆ ਗੱਲ ਇਹ ਹੈ ਇੱਕ ਕਿ ਇਹਨਾਂ ਨੂੰ ਬਹੁਤੀ ਦੇਖਭਾਲ ਨਹੀਂ ਕਰਨੀ ਪੈਂਦੀ, ਪਾਣੀ ਵਗੈਰਾ ਮੀਂਹ ਇੱਥੇ ਕਾਫੀ ਹੁੰਦਾ ਹੈ। ਔਰ ਬੜਾ ਸੋਹਣਾ ਇੱਧਰ ਬੋਰਡ ਬਣਾ ਕੇ ਲਾਇਆ ਗਿਆ ਹੈ ਪੱਥਰ ਦਾ, ਉੱਤੇ ਸਾਜ਼ ਰੱਖੇ ਹੋਏ ਹਨ। ਇਹ ਇੱਕ ਰਬਾਬ ਆ ਜੀ, ਇਹ 2 ਆਇਰਿਸ਼ ਇੰਸਟਰੂਮੈਂਟ ਆ। ਅੱਛਾ, ਇਹ ਮਿਊਜ਼ਿਕ ਤੇ ਤੇ ਉਹੀ ਜਿਹੜਾ ਸਵੇਰੇ ਆਪਾਂ ਵੱਜਦਾ ਹਾਂਜੀ, ਦੇਖਿਆ ਸੀ, ਹਾਂਜੀ। ਮਾਤਾ ਜੀ ਵਜਾ ਰਹੇ ਸੀ, ਹਾਂਜੀ। ਉਹੀ ਲੱਗਦਾ ਹੈ। ਠੀਕ ਹੈ ਜੀ। ਔਰ ਇੱਕ ਆ ਖੰਡੇ ਦੇ ਨਾਲ ਬਹੁਤ ਸੋਹਣੀ ਸੀਟ ਲਾਈ ਹੋਈ ਜਿਹਦੇ ਉੱਤੇ ਆਣ ਕੇ ਬੱਚੇ ਜਾਂ ਕੋਈ ਵੱਡੇ ਬੈਠ ਕੇ ਤੇ ਫੋਟੋ ਖਿੱਚ ਸਕਦੇ ਆ। ਇਹ ਜਿਹੜੀ ਕੁਰਸੀ ਤੁਸੀਂ ਦੇਖ ਰਹੇ ਆ ਖੰਡੇ ਵਾਲੀ, ਇਹ ਕੱਲ੍ਹ ਹੀ ਇੱਥੇ ਸਥਾਪਿਤ ਕੀਤੀ ਗਈ ਆ। ਤੇ ਇਹ ਜਿਹੜਾ ਇੱਥੇ ਲੋਕਲ ਆਪਣੇ ਫਾਰਮਰ ਸੀਗੇ ਜਿਨ੍ਹਾਂ ਦੇ ਖੇਤ ਵਿੱਚ ਇਸ ਕਮ ਸੇ ਕਮ 100 ਸਾਲ ਪੁਰਾਣਾ ਦਰਖਤ ਸੀਗਾ ਜਿਹੜਾ ਡਿੱਗ ਗਿਆ, ਤੇ ਉਹਨਾਂ ਨੇ ਇਹ ਜਿਹੜਾ ਸਕੂਲ ਨੂੰ ਡੋਨੇਟ ਕੀਤਾ। ਤੇ ਇਹ 6 ਫੁੱਟ ਦਾ ਤਣਾ ਸੀਗਾ ਜਿਹਦੇ ਵਿੱਚੋਂ ਇਹ ਜਿਹੜੀ ਕੁਰਸੀ ਆ ਉਹ ਤਰਾਸ਼ ਕੇ ਤਿਆਰ ਕੀਤੀ ਗਈ ਆ। ਤੇ ਇੱਥੇ ਲੋਕਲੀ ਜਿਹੜੇ ਉਹ ਆਪਣੇ ਹੈਗੇ ਸੀਗੇ ਲੱਕੜ ਦਾ ਕੰਮ ਕਰਦੇ ਜਿਹੜੇ ਲਿਮਕਟ ਸ਼ਹਿਰ ਦੇ, ਉਹਨਾਂ ਨੇ ਬੜੀ ਸੋਹਣੀ ਜਿਹੜੀ ਆ ਉਹ ਤਰਾਸ਼ ਕੇ ਤਿਆਰ ਕੀਤੀ ਗਈ। ਸੋ ਸੰਗਤ ਜੀ, ਇਹ ਬਜ਼ੁਰਗ ਇੱਥੋਂ ਦਾ ਰਹਿਣ ਵਾਲਾ, ਲੋਕਲ ਇਹਦਾ ਨਾਂ ਟੈਗ ਹੈ। ਹਾਈ ਟੈਗ, ਹਾਊ ਆਰ ਯੂ? I'm very well, thank you. Thanks for coming. You're Have wel- you ever heard of, when did you actually hear the name of Max Arthur McAuliffe? I heard about him when I was very young, about 50 years ago or more, and I heard some of the older people talking and saying that they were the first teachers. The McAuliffes were the first teachers in the school, parents to Max McAuliffe. Wow. And I was interested, so I tried to find out more. I had a relative who had a bit of knowledge about the McAuliffes, but he's dead with 40 years now. But I was able to get some information on him at the time, but he did not have a lot. But he knew that he went to India and that he became a judge there, you know, and that was about all he knew. Wow. I heard that your brother donated this piece of land for this forest. Yeah, this bit of land is actually school property. Okay. But my brother donated a little just back a bit further from here. Okay. Yeah. It's for the same cause? Yeah, more or less, and for the school and All that right. as well. And there will be a little park there eventually. Yeah, it is proud moment for me to visit this place, even though this is small town or village in like Ireland. I just came to Ireland this morning, but that there is a connection with the Sikh history from this village. This is proud moment for me, and thank you for coming over for us. Yes, All right. we're delighted and we're honoured that you're here and that you're remembering Max Arthur McAuliffe because that he was raised in the school here just beside us. Thank you. We'll go and see the school now. Yeah. Thank you. ਸੋ ਇਹ ਸਕੂਲ ਆ ਜੀ, ਆਪਾਂ ਇੱਧਰ ਆ ਗਏ। ਕੁਝ ਬੱਚੇ ਸੀਗੇ ਜਿਹੜੇ ਪਾਰਕ ਚੋਂ ਇਧਰੋਂ ਪਿੱਛੇ ਸੈਰ ਕਰਕੇ ਆਏ। ਇਸੇ ਸਕੂਲ ਦੇ ਵਿੱਚ ਲਿਖਿਆ ਹੈ ਕਿ ਛੱਤ ਦੇ ਵਿੱਚ ਘਰ ਸੀਗਾ, ਔਰ ਜੇ ਤੁਸੀਂ ਉੱਪਰ ਵੇਖੋ ਨਾ ਤੇ 1843 ਦਾ ਇਹ ਸਕੂਲ ਬਣਿਆ ਹੋਇਆ ਹੈ। 1843 ਦਾ ਮਤਲਬ ਵੀ 180 ਸਾਲ, ਔਰ 180 ਸਾਲ ਬਾਅਦ ਸਕੂਲ ਦੇ ਹਾਲਾਤ ਵੇਖੋ ਕਿੰਨਾ ਵਧੀਆ ਲੱਗਦਾ। ਐਵੇਂ ਜਿਵੇਂ ਪਤਾ ਨਹੀਂ 20-30 ਸਾਲ ਪੁਰਾਣਾ ਹੁੰਦਾ ਹੈ, ਕਿਉਂਕਿ ਇਹ ਲੋਕ ਸੰਭਾਲ ਰੱਖਦੇ ਹਨ। ਹਾਏ, everyone looks so happy to see me. Yeah. It's time to go home. Yeah. Who want to go home? We need one magic word. And what's that? No more. Go home. We used to do that same as well, you know. Just wait and thank you. ਸੋ ਜਿਹੜੇ ਲੋਕਲ ਹਿਸਟੋਰੀਅਨ ਟੈਗ ਜਿਨ੍ਹਾਂ ਨੂੰ ਤੁਹਾਡੇ ਨਾਲ ਪਹਿਲਾਂ ਮਿਲਾਇਆ ਸੀ, ਉਹਨਾਂ ਨੇ ਸਾਨੂੰ ਦੱਸਿਆ ਕਿ ਆਹ ਕਲਾਸਰੂਮ ਹੁਣ ਨਾ ਰੈਨੋਵੇਟ ਕਰਕੇ ਵੱਡਾ ਕਰ ਦਿੱਤਾ ਗਿਆ ਹੈ। ਪਹਿਲਾਂ ਇੱਥੇ ਛੋਟੇ-ਛੋਟੇ ਕੈਬਿਨ ਸਨ ਜਿਹਦੇ ਵਿੱਚ ਮੈਕਸ ਆਰਥਰ ਮੈਕੈਲਫ ਇਸੇ ਕਮਰੇ ਦੇ ਵਿੱਚ ਉਹਦੀ ਰਿਹਾਇਸ਼ ਸੀ। ਇਹੀ ਸਕੂਲ ਸੀ ਔਰ ਇਹੀ ਉਹਨਾਂ ਦੀ ਰਿਹਾਇਸ਼ ਸੀ। ਸੋ ਸੰਗਤ ਜੀ, ਅੱਜ ਤੁਹਾਨੂੰ ਆਇਰਲੈਂਡ ਦੇ ਨਜ਼ਾਰੇ ਤੇ ਉਸ ਤੋਂ ਬਾਅਦ 'ਚ ਜਿਹੜਾ ਸਿੱਖ ਇਤਿਹਾਸ ਦੇ ਨਾਲ ਇਹ ਮੈਕਸ ਆਰਥਰ ਮੈਕੈਲਫ ਜਿਹੜੇ ਬੜੇ ਸਤਿਕਾਰਯੋਗ ਹਨ, ਉਹਨਾਂ ਦੀ ਇਹ ਜਨਮ ਭੂਮੀ, ਉਹਨਾਂ ਦੀ ਕਰਮ ਭੂਮੀ ਜਿੱਥੋਂ ਉਹਨਾਂ ਨੇ ਪੜ੍ਹਾਈ ਲਈ, ਸਿੱਖਿਆ ਲਈ। ਤੇ ਵੇਖੋ ਆਇਰਿਸ਼ ਬੌਰਨ ਉਹ ਸਿੱਖ ਇਤਿਹਾਸ ਨੂੰ ਇੰਗਲਿਸ਼ ਵਿੱਚ ਲਿਖਦੇ ਹਨ। ਸਾਰੀਆਂ ਸਾਂਝਾਂ ਤੁਹਾਡੇ ਨਾਲ ਪਈਆਂ ਹਨ। ਇਹ ਵੀਰ ਸਵੇਰੇ ਬੜੀ ਦੂਰੋਂ ਆਏ। ਹੁਣ ਵੀ ਅਸੀਂ ਇੱਥੋਂ ਤਕਰੀਬਨ 3 ਘੰਟੇ ਦੂਰ ਡਬਲਿਨ ਪਹੁੰਚਣਾ ਹੈ। ਲੰਮਾ ਸਫ਼ਰ ਹੈ, ਛੇਤੀ ਉੱਧਰ ਨੂੰ ਸ਼ੁਰੂ ਕਰਾਂਗੇ।
ਇਹ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ। ਤੁਸੀਂ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਸਬਸਕ੍ਰਾਈਬ ਜ਼ਰੂਰ ਕਰੋ। ਹੋਰ ਭੈਣ ਭਰਾਵਾਂ ਨਾਲ ਵੀਡੀਓ ਦੀ ਸਾਂਝ ਜ਼ਰੂਰ ਪਾਇਆ ਕਰੋ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।